किसान नेता और किसानों की एक बैठक का आयोजन किया जा रहा है। हम कुलदीप सिंह बब्बर जी से बात करते हैं। जी सर, किस चीज़ को लेकर बैठक की गई है? सर, क्या समस्या आ रही है किसानों को? बैठक इस करके की गई है जी कि किसान अगे बेचारा करजे थले दबिया है, तो बहुत इन्होंने खर्चे बड़े ने ਇਹਦੇ। ਹੁਣ सरकार ਪਹਿਲਾਂ ਤਾਂ ਸਾਨੂੰ ਕਣਕ 'ਚ ਮਾਰਿਆ, ਕਣਕ ਸਾਡੀ ਉੱਥੇ ਰੋਲਦੀ ਰਹੀ ਹੈ। 20 ਦਿਨ ਸਾਨੂੰ ਵੱਢਣ ਨਹੀਂ ਦਿੱਤੀ, ਉਹ ਸਾਡੀ ਵਿੱਚੇ ਘਿਰ ਗਈ ਹੈ। ਸਾਡੀ ਕਣਕ ਦਾ ਬਹੁਤ ਨੁਕਸਾਨ ਵਿੱਚ 10-10 ਮਣ ਵਿੱਚ ਰਹਿ ਗਈ, ਉਹ ਵੀ ਸਾਨੂੰ ਘਾਟਾ ਪਿਆ। ਜੇ ਹੁਣ ਸਾਡਾ ਮੁੰਜੀ ਲਾਉਣ ਦਾ ਟਾਈਮ ਆਇਆ ਹੈ, ਕਰੋਨਾ ਆ ਕੇ ਸਾਨੂੰ ਜਿੱਥੇ ਨਾ ਸਾਡੀ ਸੇਵਾ ਲਾਈ ਹੈ, ਅਸੀਂ ਉੱਥੇ ਵੀ ਭੱਜੇ ਹਾਂ। ਹੁਣ ਨਾ ਤਾਂ ਸਾਨੂੰ ਜੀਰੀ ਲਾਉਣ ਦਾ ਟਾਈਮ ਆਇਆ, ਪੂਰੀ ਬਿਜਲੀ ਪਰ ਦਿੰਦੇ ਨੇ, ਨਾ ਸਾਨੂੰ ਮਜ਼ਦੂਰ ਲੱਭਦਾ। ਇਹਨਾਂ ਨੇ ਪਾਬੰਦੀ ਲਾਈ ਸੀ ਵੀ 20 ਤਰੀਕ 15 ਤਰੀਕ ਲਾਣੀ ਨਹੀਂ। ਇੱਕਦਮ ਹੁਣ ਕਿੱਥੋਂ ਮਜ਼ਦੂਰ ਲੱਭਣ ਸਾਨੂੰ? ਨਾ ਕੋਈ ਬਾਹਰੋਂ ਇਹਨਾਂ ਮਜ਼ਦੂਰ ਆਉਣ ਦਿੱਤਾ। ਪੰਜਾਬ ਵਿੱਚ ਮਜ਼ਦੂਰ ਬਾਹਰੋਂ ਆ ਗਏ ਨੇ, ਸਾਨੂੰ ਉਹ ਵੀ ਇਹਨਾਂ ਪਾਬੰਦੀ। ਕਿਸਾਨ ਤੇ ਇਹਨਾਂ ਕਿਸਾਨ ਦੇ ਸਰਕਾਰ ਵਿਰੋਧ ਕਰ ਰਹੀ ਹੈ। ਕੋਈ ਕਿੱਥੇ ਕੋਈ ਵਿਪਕਸ਼ ਨਹੀਂ ਬੋਲਦਾ ਪਿਆ। ਕੋਈ ਕਿਸਾਨ ਨੇਤਾ ਜਿਹੜੇ ਰੋਜ਼ ਨਾਅਰੇ ਲਾਉਂਦੇ ਉਹ ਨਹੀਂ ਵੇ ਬੋਲਦੇ। 18 ਦਿਨ ਹੋ ਗਏ ਨੇ, 18 ਦਿਨ ਲਗਾਤਾਰ ਡੀਜ਼ਲ ਦਾ ਰੇਟ ਵੱਧਦਾ। ਕਿਉਂ? ਟਰੈਕਟਰ ਜ਼ਿਮੀਂਦਾਰ ਤਾਂ ਕਿਸਾਨ ਦਾ ਹੀ ਚੱਲਦਾ ਪਿਆ, ਬੱਸਾਂ ਹੋਰ ਤਾਂ ਸਾਰਾ ਕੁਝ ਬੰਦ ਪਿਆ। ਇਹਨਾਂ ਨੇ ਆਖਿਆ ਵੀ ਦੇਣਾ ਤਾਂ ਸਾਨੂੰ ਫਾਇਦਾ ਨੇ, ਜਿਵੇਂ ਸਾਰਿਆਂ ਦੂਜਿਆਂ ਨੂੰ ਫਾਇਦਾ ਦਿੱਤਾ ਹੈ ਨਾ, ਸਾਨੂੰ ਵੀ ਕਿਸਾਨਾਂ ਨੂੰ ਦੇਣ। ਅਸੀਂ ਵੀ ਇਸ ਦੇਸ਼ ਦੇ ਵਾਸੀ ਹਾਂ, ਅਸੀਂ ਵੀ ਇੱਥੇ ਰਹਿੰਦੇ ਹਾਂ, ਇਹਨਾਂ ਵਾਸਤੇ ਅੰਨ ਪੈਦਾ ਕਰਨੇ ਆ। ਇਹਨਾਂ ਨੇ ਸਾਡੇ ਮਦਦ ਕਰਨ ਦੇ ਬਜਾਏ ਸਾਡੀ ਕਰਨੀ ਤੇ ਮਦਦ ਹੈ। ਤੇ ਡੀਜ਼ਲ 18 ਦਿਨ ਲਗਾਤਾਰ, ਬੜੀ ਸ਼ਰਮ ਵਾਲੀ ਗੱਲ ਹੈ ਵੀ 18 ਦਿਨ ਜੇ ਇੱਕ ਦਿਨ ਹੀ ਵਧਾ ਲਓ, ਜਿਹੜਾ ਵਧਾਉਣਾ ਜੇ ਇੱਕ ਦਿਨ ਜੀ ਜੋ ਤੁਸੀਂ ਕਰਨਾ ਕਰ ਲਓ, 500 ਕਰ ਲਓ, ਨਹੀਂ ਤੁਸੀਂ ਖਲੋਂਦੇ ਤਾਂ ਕਰ ਲਓ, ਤਾਂ ਅਸੀਂ ਛੱਡ ਜਾਵਾਂਗੇ। ਪਰ ਸਾਨੂੰ ਇਹਨਾਂ ਤੰਗ 18 ਦਿਨ ਰੋਜ਼ ਇਹਨਾਂ ਦਾ ਨਹੀਂ, ਇਹਨਾਂ ਦੀ ਸਲਾਹ ਬਣਦੀ ਪਈ ਇਹਨਾਂ ਵਧਾਉਣਾ। ਕਿਹਨੂੰ ਨਹੀਂ ਪਤਾ? ਬੱਚੇ ਨੂੰ ਪਤਾ ਹੈ। ਇਹ ਸਾਨੂੰ ਕਿਸਾਨ ਨੂੰ ਭੋਲਾ ਸਮਝ ਗਏ, ਇਹਨਾਂ ਨੂੰ ਪਤਾ ਨਹੀਂ। ਸਿਰਫ ਇੱਕ ਕਿਸਾਨ ਵਾਸਤੇ ਲਾਗੂ ਹੋਇਆ। ਮੁੰਜੀ ਲੱਗ ਗਈ ਜਿੱਦਣ ਸਾਡੀ, ਉਦੋਂ ਇਹਨਾਂ ਫਿਰ ਨਹੀਂ ਮੰਗਾ ਕਰਨਾ। ਪੈਸੇ ਕਿਲੋ ਸਾਲ ਸਾਡੀ ਮੁੰਜੀ ਦਾ ਰੇਟ ਸਾਨੂੰ ਪਹਿਲਾਂ ਇਹਨਾਂ ਬਰਾ ਲਿਆ, ਜਿਵੇਂ ਮਿੱਠੀ ਗੋਲੀ ਦੇਈਦੀ ਹੈ ਨਾ ਬੱਚੇ ਨੂੰ, 53 ਪੈਸੇ ਕਿਲੋ ਸਾਡੀ ਮੁੰਜੀ ਦਾ ਰੇਟ ਇਹਨਾਂ ਵਧਾਇਆ 1 ਸਾਲ ਪਿੱਛੋਂ। ਤੇ 18 ਦਿਨ ਹੋ ਗਏ ਨੇ ਲਗਾਤਾਰ ਵੱਧਦਾ। ਦੇਖੋ ਜ਼ੁਲਮ ਰੱਬ ਤੇ ਕਰਦਾ ਇਹਨਾਂ ਦਾ। ਇਹ ਸਰਕਾਰ ਜਦੋਂ ਇਹਨੂੰ ਪਬਲਿਕ ਨੂੰ ਤੰਗ ਕਰੇਗੀ, ਭਲਾ ਇਹਨਾਂ ਦਾ ਕਿੱਥੇ ਹੋਣਾ ਹੈ? ਤੇ ਕਿਸਾਨ ਨੂੰ ਕੋਈ ਮਜ਼ਦੂਰ ਨਹੀਂ ਲੱਭਦਾ। ਕੋਈ 5000 ਮੰਗਦਾ ਹੈ, ਕੋਈ 4500 ਮੰਗਦਾ ਹੈ, ਕੋਈ 4000। ਦੱਸੋ। ਤੇ ਇਹਨਾਂ ਨੂੰ ਪਤਾ ਲੱਗ ਜਾਏਗਾ ਹੁਣ ਜਿਹੜਾ ਕੋਈ ਲੈ ਜਾਂਦਾ, ਫਲਾਣੇ ਦਾ ਬਰਾਸ ਟੁਰ ਗਈਆਂ ਨੇ, ਪ੍ਰੇਮ ਕਿਹੜੇ ਟੁਰ ਗਈਆਂ ਨੇ। ਜਦੋਂ ਪੱਠੇ ਵੱਢਣ ਆਉਣਗੇ ਨਾ, ਪੱਠੇ ਸਾਡੇ ਵੱਢਦੇ ਨੇ ਇੱਥੋਂ। ਇਹਨਾਂ ਨੂੰ ਕਦੀ ਕਿਸੇ ਨੂੰ ਕੰਪਾਈਨ ਤੋਂ ਨਹੀਂ ਡੱਕਿਆ, ਕਿਸੇ ਗੱਲ ਤੋਂ ਇਹਨਾਂ ਨੂੰ ਡੱਕਿਆ ਨਹੀਂ। ਤੇ ਸਰਕਾਰ ਜਿਹੜੀ ਸਾਡੀ ਸਰਕਾਰ ਸਾਨੂੰ ਹੁਣ ਇਹ ਸਾਡੀ ਮਦਦ ਕਰਨ ਇਹਨਾਂ ਨੂੰ ਕਿ ਵੀ ਅਸੀਂ ਰੋਜ਼ ਆ ਬੜਿਆ, ਤੁਸੀਂ ਸਾਡਾ ਰੇਟ ਬਣੋ। ਜੇ ਸਾਡੀ ਮੁੰਜੀ ਦਾ ਤੁਸੀਂ ਰੇਟ ਬਣ ਸਕਦੇ ਹੋ, ਸਾਰਾ ਹੋਰ ਸਾਰੀਆਂ ਚੀਜ਼ਾਂ ਦਾ ਬਣ ਸਕਦੇ ਹੋ, ਤੇ ਸਾਡਾ ਵੀ ਕੋਈ ਭਲਾ ਲਵਾਈ ਵੀ ਬਣੋ। ਲਵਾਈ ਵੀ ਸਾਡੀ ਬਣ ਦਿਓ, ਇਹ ਤੋਂ ਉੱਤੇ ਨਾ ਲੈਣ ਸਾਨੂੰ। ਅਸੀਂ ਮਾਰੀ ਦੇ ਕੀ ਕਰੀਏ? ਆਂਦੇ ਨੇ ਆਪੇ ਹੀ ਦੇਈ ਜਾਂਦੇ ਨੇ। ਉਹ ਜਦੋਂ 10-10 ਹੋ ਗਏ ਸਾਡੀ ਪਲੀਆਂ, 10-10 ਦਿਨ ਹੋ ਗਏ ਸਾਡਾ ਕੱਦੂ ਵੱਜਾ ਪਿਆ, ਕੋਈ ਲਾਉਣ ਵਾਲੀ ਨਹੀਂ ਵੀ ਲੱਭਦੀ। ਤੇ ਨਾ ਦੇਣਗੇ ਉਹ ਫਿਰ ਹੋਰ ਕੀ ਕਰਨ? ਫਿਰ ਮਾਰੀ ਦਾ ਕਿਉਂ? ਭਾਵੇਂ ਕੋਈ ਤੂੰ ਵੇਚੇ, ਕੋਈ ਭਾਵੇਂ ਕੋਈ ਕਿੱਥੋਂ ਫੜੇ ਵਿਆਜੀ। ਇਹਨਾਂ ਦਾ ਤਾਂ ਘਰ ਪੂਰਾ ਕਰਨਾ ਹੈ। ਪੈ ਕੇ 4500, 5000, ਕੋਈ 4000, ਕੋਈ 3500, ਪਰ 2200 ਤੋਂ ਲਵਾਈ ਸੀ। ਕੋਈ ਸਾਡੀ ਸਰਕਾਰ ਨਹੀਂ ਸੁਣਦੀ ਰਹੀ। ਮਕਈ ਦੀ ਗੱਲ ਆਂਦੇ ਨੇ ਮਕਈ ਬੀਜੋ, ਮਕਈ 800 ਤੋਂ ਕੁਆਂਟਲ ਨਹੀਂ ਪੈ ਲੈਂਦਾ ਕੋਈ। ਸਾਡੀ ਪੰਜੀਕਰਨ ਨਹੀਂ ਹੋਇਆ। ਅਸਾਂ ਇੱਕ ਵਾਰ ਪੰਜੀਕਰਨ ਕਣਕ ਦਾ ਕਰਾਇਆ, ਸਾਨੂੰ ਕੀ ਪਤਾ ਵੀ ਮਕਈ ਦਾ ਪੰਜੀਕਰਨ ਹੋਣਾ। 800 ਤੋਂ ਮਕਈ ਧੱਕੇ ਖਾਂਦੀ ਫਿਰਦੀ ਏ। ਅਗਾ ਅਸੀਂ ਮਕਈ ਕੀ ਬੀਜਣੀ? ਸਿਰ ਖੁੱਤੀ ਦਾ ਵੀ ਅਸੀਂ ਕਾਹਤੋਂ ਬੀਜੀਏ ਮਕਈ ਜੋ ਸਾਡੀ ਵਿਕਣੀ ਹੀ ਨਹੀਂ। ਜੇ ਸਬਜ਼ੀ ਵੱਲ ਜਾਂਦੇ ਆ, ਸਬਜ਼ੀ ਦਾ ਸਬਜ਼ੀ ਲਾਓ, ਜਾ ਕੇ ਵੇਖੋ ਰੁਪਈਏ ਕਿਲੋ ਕੱਦੂ, 8 ਆਨੇ ਕਿਲੋ ਕੱਦੂ। ਤੇ ਉਹ ਕਿਸਾਨ ਤੇ ਉੱਕਾ ਪੀਸਿਆ ਗਿਆ, ਪੀਸ ਦਿੱਤਾ ਨਾ ਚੱਕੀ 'ਚ। ਕਿਸਾਨ ਦਾ ਕੋਈ ਹੁਣ ਹਾਲਾਤ ਨਹੀਂ। ਕਿਸਾਨ ਤੋਂ ਬਾਈ ਛੱਡੇਗਾ, ਫਿਰ ਇਹਨਾਂ ਨੂੰ ਪਤਾ ਲੱਗੇਗਾ ਵੀ ਜਦੋਂ ਇਹ ਕਟੋਰਾ ਫੜ ਕੇ ਭੀਖ ਮੰਗਣਗੇ। ਬਾਹਰ ਦੇ ਦੇਸ਼ਾਂ ਤੋਂ ਮੰਗਦੇ ਰਹੇ ਨੇ ਪਹਿਲਾਂ, ਕਣਕ ਬਾਹਰੋਂ ਆਉਂਦੀ ਤੇ ਖਾਂਦੇ ਸਨ। ਤੇ ਕਿਸਾਨ ਉਹਨਾਂ ਨੂੰ ਬਹੁਤ ਦੁਖੀ ਹੋ ਗਿਆ ਹੈ। ਸਰਕਾਰ ਕੇ ਰਿਕੁਐਸਟ ਹੈ, ਨਾ ਇਹਨਾਂ ਨੂੰ ਜ਼ਿਆਦਾ ਹੋਰ ਦੁਖੀ ਕਰੋ। ਇਹ ਬਾਈ ਛੱਡ ਗਿਆ ਤੇ ਫਿਰ ਤੁਸੀਂ ਵੀ ਵੇਂਦੇ ਫਿਰੋਗੇ, ਤੇ ਛੱਡਣ ਨੂੰ ਅਸੀਂ ਤਿਆਰ ਹਾਂ। ਹੁਣ वाजी का खालसा वाजी की फतेह। जैसे कि आज के समय में जीरी का सीज़न है और जीरी के जो मज़दूर हैं वो बहुत ज़्यादा पैसे मांग कर जीरी लगाने की कोशिश कर रहे हैं। तो ये सरकार का काम था कि जैसे प्रवासी मज़दूर बाहर गए थे उनको लाते और ये रेट किसानों के लिए ठीक ढंग से या पूरे रेट पर जीरी लग जाती। पिछले साल 2200-2300 था, अब 3500-4000 के लगभग
इससे भी ज़्यादा मांगने की कोशिश कर रहे हैं, तो इसका समाधान हो जाता। दूसरी बात कि डीजल के दाम दिन प्रतिदिन बढ़ ही रहे हैं, इसकी ओर सरकार को ध्यान देना चाहिए। तीसरी बात यह है कि सरकार कहती है जीरी की जगह मकई लगाओ, तो मक्की जिन किसानों ने बोई है अब उनकी मकई कोई खरीद ही नहीं रहा। पहले 1400 रुपये क्विंटल सुना था, अब उससे भी कम 800-900 रुपये बोल रहे हैं। बताओ किसान कहाँ जाएगा और कहाँ से अपना खर्चा पूरा करेगा। तो सरकार से निवेदन है कि जो ये कठिनाइयाँ हैं इनको ध्यान दिया जाए ताकि किसान और दुखी ना हो। जी, किसानों का ये कहना है कि ट्रैक्टर खेत में ट्रैक्टर तो किसानों का चलता है, डीजल के दाम हर रोज बढ़ रहे हैं। सरकार इस ओर दे ध्यान। जी जनाब, ये पिछले साल से किसान के ऊपर 1000 रुपये का बोझ और पड़ गया जीरी लगाने में, क्योंकि मजदूर बाहर चला गया है। मजदूर वहाँ से आया नहीं, यहाँ के लोग 700-800-1000 रुपये तक ले रहे हैं। ये किसानों पर बहुत ज़्यादा बोझ पड़ गया है। तो सरकार ने गेहूं पर भी कोई बोनस नहीं दिया, तो पहले ये बोनस नहीं दिया और किसानों को जीरी लगाने में लेट कर दिया, इसका बोझ भी किसानों पर पड़ रहा है। दूसरा नंबर, ये डीजल के रेट 17-18 दिन हो गए 50 पैसे 55 पैसे तक बढ़ रहा है, जबकि वो 1 लीटर पर 55 पैसे बढ़ रहा है। तो जीरी किसान की 53 पैसे 1 किलो पर बढ़ी है, वो 18 दिन लगातार बढ़ रहा है। इसको किसान कैसे पूरा करेगा? 18 दिन के बजाय जो 1 दिन का है वो 6 महीने में जीरी का तो रेट 53 पैसे बढ़ा है, तो वो 18 दिन को इसको कैसे कवर करेगा कि जिसे किसानों पे बहुत मार पड़ रही है। सरकार को इस ओर ध्यान देना चाहिए। खेत में ट्रैक्टर चल रहा है, मजदूर मिल नहीं रहा है, डीजल महंगा पड़ रहा है, खेत सूखता है उसको दोबारा जोतना पड़ता है, तो उससे किसान का और नुकसान हो रहा है। ये महंगा डीजल बार बार इतना लेकर कैसे फूकेगा? तो सरकार को ये मजदूर के रेट जो दूसरी लेबर का ये दिहाड़ी का जो बांधते हैं तो 200 रुपये 2 रुपये हैं, तो इसका भी रेट सरकार को बांधना चाहिए। किसान के ऊपर ये ज़्यादा बोझ ना पड़े। ये सरकार ने बहुत बेन्यायी की है, सरकार किसान के साथ बहुत बेन्यायी हुई है।